ਜਲੰਧਰ ਦੇ ਇੱਕ ਆਰਟਿਸਟ ਦੇ ਵੱਲੋਂ ਬੜਾ ਹੀ ਸ਼ਾਨਦਾਰ ਪੋਰਟਰੇਟ ਬਣਾਇਆ ਗਿਆ। ਇਹ ਪੋਰਟਰੇਟ ਦੀਵੇ ਦੀ ਲੋ ਦੇ ਨਾਲ ਬਣਾਇਆ ਗਿਆ ਹੈ। ਪਹਿਲੀ ਵਾਰੀ ਸੁਣਿਆ ਕਿ ਦੀਵੇ ਦੀ ਲੋ ਦੇ ਨਾਲ ਵੀ ਕੋਈ ਪੋਰਟਰੇਟ ਬਣ ਸਕਦਾ। 23 ਸ਼ਹੀਦਾਂ ਦੇ ਪੋਰਟਰੇਟ ਜਿਹੜੇ ਹੈਗੇ ਉਹ ਵੀ ਤਿਆਰ ਕੀਤੇ ਹੋਏ ਆ। ਮਿੱਟੀ ਦਾ ਤੇਲ ਪਾਇਆ ਹੋਊਗਾ ਉਸ ਦੀਵੇ ਦੇ ਵਿੱਚ, ਤਾਂ ਇਹ ਜਿਹੜਾ ਉਹਦਾ ਲੋ ਹੁੰਦੀ ਹੈ ਜੋ ਬਲੈਕ, ਤਾਂ ਉਸੇ ਨਾਲ ਇਹ ਚੀਜ਼ ਬਣਾਈ ਗਈ ਕਿ ਜਾਂ ਹੋਰ ਵੀ ਕੋਈ ਚੀਜ਼ਾਂ ਇਸ ਦੇ ਵਿੱਚ ਇਸਤੇਮਾਲ ਕੀਤੀਆਂ ਗਈਆਂ। ਇਹਦੇ ਵਿੱਚ ਮੈਂ ਖਾਲੀ ਮਿੱਟੀ ਦਾ ਤੇਲ ਜਿਹੜਾ ਹੈਗਾ ਉਹ ਯੂਜ਼ ਕੀਤਾ। ਤੁਸੀਂ ਸਿੱਧੂ ਮੂਸੇਵਾਲੇ ਦੇ ਗੀਤ ਸੁਣਦੇ ਸੀਗੇ ਪਹਿਲਾਂ, ਤੁਸੀਂ ਪਸੰਦ ਕਰਦੇ ਸੀ ਉਹਨੂੰ? ਕੁਝ 8-10 ਗੀਤ ਹੈਗੇ ਆ ਜਿਹੜੇ ਮੈਂ ਸੁਣਨਾ ਪਸੰਦ ਕਰਦਾ ਹਾਂ। ਉਹ ਬੜੇ ਐਨਰਜੈਟਿਕ ਗੀਤ ਹੈਗੇ ਆ। ਮੈਂ ਤੁਹਾਡੀਆਂ ਤਸਵੀਰਾਂ ਦੇਖ ਰਿਹਾ ਸੀਗਾ, ਤੁਸੀਂ ਮਿਲਖਾ ਸਿੰਘ ਹੋਣਾ ਦਾ ਵੀ ਤਸਵੀਰ ਬਣਾਈ ਸੀਗੀ, ਬੜੀ ਸ਼ਾਨਦਾਰ, ਸਭ ਤੋਂ ਵੱਡੀ ਤਸਵੀਰ ਸ਼ਾਇਦ ਸੀਗੀ। ਤਾਂ ਸਪਾਈਡਰਮੈਨ ਦੀ ਵੀ ਤੁਸੀਂ ਦੱਸਿਆ ਹੋਣੇ ਕਿ ਇੱਕ ਮੱਕੜੀ ਦੇ ਜਾਲ ਦੇ ਨਾਲ ਉਹ ਤੁਸੀਂ ਤਸਵੀਰਾਂ ਬਣਾਈਆਂ। ਇਹ ਚੀਜ਼ਾਂ ਤੁਸੀਂ ਸਿੱਖੀਆਂ ਹੋਈਆਂ ਨੇ ਕਿਉਂਕਿ ਇਹ ਨਵੇਂ ਕਨਸੈਪਟ ਨੇ ਜਾਂ ਫਿਰ ਇਹ ਨਵੀਆਂ ਚੀਜ਼ਾਂ ਨੇ, ਦੀਵੇ ਦੀ ਲੋ ਹੋ ਜੇ ਜਾਂ ਮੱਕੜੀ ਦਾ ਜਾਲ ਹੋ ਜੇ, ਇਹ ਚੀਜ਼ਾਂ ਸਿੱਖੀਆਂ ਨੇ ਕਿ ਜਾਂ ਤੁਸੀਂ ਐਕਸਪੈਰੀਮੈਂਟ ਕਰਦੇ ਹੋ? ਇਹ ਜਿੰਨੇ ਵੀ ਚੀਜ਼ਾਂ ਹੈਗੀਆਂ ਨਾ, ਇਹ ਸਾਰੀਆਂ ਐਕਸਪੈਰੀਮੈਂਟ ਬੇਸਿਸ ਤੇ ਹੁੰਦੀਆਂ। ਮੱਕੜੀ ਦੇ ਜਾਲੇ ਨਾਲ ਅੱਜ ਤੱਕ ਕਦੀ ਕੋਈ ਫੋਟੋ ਨਹੀਂ ਬਣੀ ਹੈ। ਜੋ ਵੀ ਤੁਸੀਂ ਪੋਰਟਰੇਟ ਜਾਂ ਤਸਵੀਰ ਬਣਾਉਂਦੇ ਹੋ, ਫਿਰ ਉਹਦੇ 'ਚ ਮੈਨੂੰ ਲੱਗਦਾ ਕੋਈ ਨਾ ਕੋਈ ਕਨਸੈਪਟ ਹੁੰਦਾ। ਜਿਵੇਂ ਤੁਸੀਂ ਸਪਾਈਡਰਮੈਨ ਬਣਾਇਆ ਤੇ ਉਹਦੇ 'ਚ ਮੱਕੜੀ ਦਾ ਕਨਸੈਪਟ ਲਿਆ, ਤੇ ਜੇ ਤੁਸੀਂ ਮਿਲਖਾ ਸਿੰਘ ਦਾ ਤੇ ਉਹਦੇ ਵਿੱਚ ਚੂਨੇ ਦਾ। ਤਾਂ ਸਿੱਧੂ ਮੂਸੇਵਾਲੇ ਦਾ ਲੋ ਦੇ ਨਾਲ ਕੀ ਕਨਸੈਪਟ ਤੁਸੀਂ ਜਾਣਿਆ? ਇੱਕ ਨਾ ਇਹਨਾਂ ਦੇ ਗਾਣੇ ਬੜੇ ਐਨਰਜੈਟਿਕ ਹੁੰਦੇ ਸੀਗੇ। ਇੱਕ ਨਾ ਅੰਦਰੋਂ એનર્ਜੀ ਮਿਲਦੀ ਸੀਗੀ ਇਹਨਾਂ ਦੇ ਗਾਣੇ ਸੁਣ ਕੇ। ਔਰ ਜਿਹੜਾ ਲਾਈਟ ਹੈਗੀ ਆ ਉਹ ਵੀ ਇੱਕ ਸੋਰਸ ਆਫ એનર્ਜੀ ਹੈਗੀ ਹੈ। ਦੀਵਾ ਜਿਹੜਾ ਕਿ ਲਾਈਟ ਦਿੰਦਾ ਹੈਗਾ, ਉਹਦੇ ਨਾਲ ਇਹ ਜਿਹੜੀ ਫੋਟੋ ਹੈਗੀ ਆ ਉਹਨੂੰ ਤਿਆਰ ਕੀਤੀ। ਸਿੱਧੂ ਮੂਸੇਵਾਲਾ ਦੇ ਚਾਹਣ ਵਾਲਿਆਂ ਵੱਲੋਂ ਵੱਖ-ਵੱਖ ਤਰੀਕਿਆਂ ਦੇ ਨਾਲ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਜਲੰਧਰ ਦੇ ਇੱਕ ਆਰਟਿਸਟ ਦੇ ਵੱਲੋਂ ਬੜਾ ਹੀ ਸ਼ਾਨਦਾਰ ਪੋਰਟਰੇਟ ਬਣਾਇਆ ਗਿਆ। ਇਹ ਪੋਰਟਰੇਟ ਦੀਵੇ ਦੀ ਲੋ ਦੇ ਨਾਲ ਬਣਾਇਆ ਗਿਆ ਹੈ। ਇਹ ਜੋ ਤੁਸੀਂ ਪੋਰਟਰੇਟ ਸਾਹਮਣੇ ਦੇਖ ਰਹੇ ਹੋ, ਬੜਾ ਹੀ ਸ਼ਾਨਦਾਰ ਤਰੀਕੇ ਦੇ ਨਾਲ ਇਸ ਨੂੰ ਤਿਆਰ ਕੀਤਾ ਗਿਆ। ਵਰੁਣ ਟੰਡਨ ਹੋਣਾ ਨੇ ਤਿਆਰ ਕੀਤਾ ਹੈ, ਉਹ ਮੇਰੇ ਨਾਲ ਨੇ। ਗੱਲਬਾਤ ਕਰਦੇ ਹਾਂ ਕਿ ਏਡੇ ਸ਼ਾਨਦਾਰ ਤਰੀਕੇ ਨਾਲ ਦੀਵੇ ਦੀ ਲੋ ਦੇ ਨਾਲ, ਪਹਿਲੀ ਵਾਰੀ ਸੁਣਿਆ ਕਿ ਦੀਵੇ ਦੀ ਲੋ ਦੇ ਨਾਲ ਵੀ ਕੋਈ ਪੋਰਟਰੇਟ ਬਣ ਸਕਦਾ, ਉਹ ਵੀ ਐਡਾ ਵਧੀਆ। ਤਾਂ ਟੰਡਨ ਸਾਹਿਬ ਸਾਡੇ ਨਾਲ ਨੇ। ਤਾਂ ਸਭ ਤੋਂ ਪਹਿਲਾਂ ਤਾਂ ਸਰ, ਬਹੁਤ ਸ਼ਾਨਦਾਰ ਤਸਵੀਰ ਤੁਸੀਂ ਬਣਾਈ ਹੈ। ਥੈਂਕ ਯੂ ਜੀ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਤੁਹਾਡੇ ਵੱਲੋਂ ਇਸ ਤਰੀਕੇ ਨਾਲ ਸ਼ਰਧਾਂਜਲੀ ਦਿੱਤੀ ਜਾਂਦੀ ਹੈ, ਤਾਂ ਇਸ ਤੋਂ ਪਹਿਲਾਂ ਵੀ ਕੋਈ ਪੋਰਟਰੇਟ ਇਸ ਤਰੀਕੇ ਦੇ ਬਣਾਏ ਨੇ ਤੁਸੀਂ? ਜੀ ਮੈਂ ਇਸ ਮਤਲਬ ਸੇਮ ਢੰਗ ਦੇ ਜਿਹੜੇ ਪੋਰਟਰੇਟਸ ਹੈਗੇ ਆ, ਹਾਂਜੀ ਮੈਂ ਪਹਿਲਾਂ ਵੀ ਬਣਾਏ ਹੈਗੇ ਆ। ਔਰ ਸੇਮ ਕਨਸੈਪਟ 'ਤੇ ਇੱਕ ਪੋਰਟਰੇਟ ਮੈਂ ਬਣਾ ਕੇ ਗਿਫਟ ਕੀਤਾ ਸੀਗਾ ਖਟਕੜ ਕਲਾਂ ਭਗਤ ਸਿੰਘ ਜੀ ਦਾ ਜੋ ਜੱਦੀ ਪਿੰਡ ਹੈ, ਉੱਥੇ ਜਿਹੜਾ ਸ਼ਹੀਦ ਆਜ਼ਮ ਮਿਊਜ਼ੀਅਮ ਹੈਗਾ ਭਗਤ ਸਿੰਘ ਜੀ ਦਾ, ਉੱਥੇ ਉਹ ਲੱਗਾ ਹੋਇਆ ਸੇਮ ਕਨਸੈਪਟ 'ਤੇ। ਔਰ ਸੇਮ ਕਨਸੈਪਟ 'ਤੇ ਮੈਂ 23 ਸ਼ਹੀਦਾਂ ਦੇ ਪੋਰਟਰੇਟ ਜਿਹੜੇ ਹੈਗੇ ਉਹ ਵੀ ਤਿਆਰ ਕੀਤੇ ਹੋਏ ਆ। ਔਰ ਉਹ ਮੈਂ ਚੰਡੀਗੜ੍ਹ ਦੇ ਵਿੱਚ ਸ਼ੋਕੇਸ ਕੀਤੇ ਸੀਗੇ ਪਿਛਲੇ ਸਾਲ ਇੰਡੀਪੈਂਡੈਂਸ ਡੇ 'ਤੇ। ਇਸ ਪੋਰਟਰੇਟ ਨੂੰ ਬਣਾਉਣ ਲੱਗਿਆ ਕਿੰਨਾ ਕੁ ਟਾਈਮ ਲੱਗਿਆ? ਕਿਉਂਕਿ ਦੇਖਣ 'ਚ ਤਾਂ ਲੱਗਦਾ ਬਹੁਤ ਤੁਹਾਡੀ ਮਿਹਨਤ ਲੱਗੀ ਹੋਊਗੀ। ਜੀ ਇਹ ਜਿਹੜੀ ਪੋਰਟਰੇਟ ਤੁਸੀਂ ਦੇਖਦੇ ਪਏ ਹੈਗੇ, ਇਹਨੂੰ ਬਣਾਉਣ ਲਈ ਮੈਨੂੰ 3 ਘੰਟੇ ਦਾ ਸਮਾਂ ਲੱਗਾ ਹੈਗਾ। ਔਰ ਇਹ ਪੋਰਟਰੇਟ ਦੇ ਬਾਰੇ ਮੈਂ ਦੱਸਣਾ ਚਾਹੂँਗਾ, ਇਹਦੇ ਵਿੱਚ ਮੈਂ ਦੀਵੇ ਦੀ ਲੋ ਨੂੰ ਯੂਜ਼ ਕੀਤਾ ਹੈਗਾ। ਔਰ ਜਿਹੜਾ ਬੇਸ ਹੈਗਾ ਉਹ ਇੱਕ ਵਾਈਟ ਪੇਪਰ ਹੈਗਾ, ਇੱਕ ਮੈਂ ਚਿੱਟੀ ਸ਼ੀਟ ਦੇ ਉੱਤੇ ਦੀਵੇ ਦੀ ਲੋ ਦੇ ਨਾਲ ਇਹ ਜਿਹੜੀ ਫੋਟੋ ਹੈਗੀ ਆ ਉਹਨੂੰ ਤਿਆਰ ਕਰਤਾ। ਸਿੰਪਲ ਜਿਵੇਂ ਮਿੱਟੀ ਦਾ ਤੇਲ ਪਾਇਆ ਹੋਊਗਾ ਉਸ ਦੀਵੇ ਦੇ ਵਿੱਚ, ਤਾਂ ਇਹ ਜਿਹੜਾ ਉਹਦਾ ਲੋ ਹੁੰਦੀ ਹੈ ਜੋ ਬਲੈਕ, ਤਾਂ ਉਸੇ ਨਾਲ ਇਹ ਚੀਜ਼ ਬਣਾਈ ਗਈ ਕਿ ਜਾਂ ਹੋਰ ਵੀ ਕੋਈ ਚੀਜ਼ਾਂ ਇਸ ਦੇ ਵਿੱਚ ਇਸਤੇਮਾਲ ਕੀਤੀਆਂ ਗਈਆਂ? ਜੀ ਇਹ ਜਿਹੜੀ ਤੁਸੀਂ ਗੱਲ ਕਹੀ ਹੈਗੀ ਹੈ ਉਹ ਬਿਲਕੁਲ ਠੀਕ ਹੈਗੀ ਹੈ ਕਿ ਇਹਦੇ ਵਿੱਚ ਮੈਂ ਖਾਲੀ ਮਿੱਟੀ ਦਾ ਤੇਲ ਜਿਹੜਾ ਹੈਗਾ ਉਹ ਯੂਜ਼ ਕੀਤਾ। ਅਗਰ ਆਪਾਂ ਅੱਜ ਤੋਂ 25 ਸਾਲ ਪਹਿਲਾਂ ਜੇ ਯਾਦ ਹੋਵੇ, 20-25 ਸਾਲ ਪਹਿਲਾਂ ਦੀਵੇ ਹੁੰਦੇ ਸੀ ਘਰਾਂ ਦੇ ਵਿੱਚ, ਆਮ ਹੀ ਹੁੰਦੇ ਸੀਗੇ, ਠੀਕ ਹੈ। ਤੇ ਉਹਦੇ ਵਿੱਚੋਂ ਖਾਲੀ ਮਿੱਟੀ ਦਾ ਤੇਲ ਪੈਂਦਾ ਸੀਗਾ ਔਰ ਉਹਦਾ ਜਿਹੜਾ ਇੰਪੈਕਟ ਹੁੰਦਾ ਸੀਗਾ ਆਲੇ ਦੇ ਵਿੱਚ ਸਾਨੂੰ ਦਿਖਦਾ ਹੁੰਦਾ ਸੀਗਾ ਧੂਏ ਦਾ, ਠੀਕ ਹੈ। ਇਹ ਉਹੀ ਚੀਜ਼ ਹੈਗੀ ਹੈ। ਖਾਲੀ ਮਤਲਬ ਮੈਂ ਜਿਹੜਾ ਦੀਵਾ ਹੈਗਾ ਉਹਨੂੰ ਇਗਨਾਈਟ ਕੀਤਾ ਤੇ ਉਹਦੇ ਵਿੱਚੋਂ ਜਿਹੜਾ ਧੂਆਂ ਹੈਗਾ ਉਹ ਇੱਥੇ ਲੱਗ ਗਿਆ। ਅੱਛਾ, ਤੁਸੀਂ ਸਿੱਧੂ ਮੂਸੇਵਾਲੇ ਦੇ ਗੀਤ ਸੁਣਦੇ ਸੀਗੇ ਪਹਿਲਾਂ, ਤੁਸੀਂ ਪਸੰਦ ਕਰਦੇ ਸੀ ਉਹਨੂੰ? ਹਾਂਜੀ ਬਿਲਕੁਲ, ਮੈਂ ਉਹਨਾਂ ਦੇ ਜਿਹੜੇ ਗੀਤ ਹੈਗੇ ਉਹ ਸੁਣਦਾ ਸੀਗਾ। ਔਰ ਕੁਝ 8-10 ਗੀਤ ਹੈਗੇ ਜਿਹੜੇ ਮੈਂ ਸੁਣਨਾ ਪਸੰਦ ਕਰਦਾ ਹਾਂ, ਠੀਕ ਹੈ। ਔਰ ਉਹ ਬੜੇ ਐਨਰਜੈਟਿਕ ਗੀਤ ਹੈਗੇ ਆ, ਠੀਕ ਹੈ, ਤੇ ਮੈਨੂੰ ਬੜਾ ਵਧੀਆ ਲੱਗਦਾ। ਔਰ ਜਦ ਵੀ ਮੈਂ ਫ੍ਰੀ ਹੁੰਦਾ ਹੈਗਾ
ਤੇ ਮੈਂ ਗਾਣੇ ਸੁਣਨੇ ਪਸੰਦ ਕਰਦਾ। ਆਰਟਿਸਟ ਦੇ ਲਈ ਤਾਂ ਇੱਕ ਜਿਸ ਤਰੀਕੇ ਦੀ ਤਸਵੀਰ ਬਣਾਉਣੀ ਉਹਦੇ ਲਈ ਕੋਈ ਨਾ ਕੋਈ ਮਾਇਨੇ ਹੁੰਦੇ ਆ ਹਰ ਇੱਕ ਚੀਜ਼ ਦੇ, ਤਾਂ ਤੁਹਾਡੇ ਲਈ ਕੀ ਮਾਇਨੇ ਸੀਗੇ ਇਸ ਤਸਵੀਰ ਨੂੰ ਬਣਾਉਣ ਲੱਗਿਆ? ਦੇਖੋ ਮੈਂ ਇੱਕ ਆਰਟਿਸਟ ਹੈਗਾ ਔਰ ਜਿਹੜਾ ਇਨਸੀਡੈਂਟ ਹੋਇਆ ਹੈਗਾ, ਠੀਕ ਹੈ, ਬੜਾ ਮੰਦਭਾਗਾ ਇਨਸੀਡੈਂਟ ਸੀਗਾ। ਬੀਇੰਗ ਐਨ ਆਰਟਿਸਟ ਮੈਂ ਇੱਕ ਦੂਸਰੇ ਆਰਟਿਸਟ ਨੂੰ ਇੱਕ ਟ੍ਰਿਬਿਊਟ ਦਿੱਤੀ ਹੈ ਜੀ। ਉੱਦਾਂ ਕਦੀ ਮਿਲਣ ਦਾ ਮੌਕਾ ਮਿਲਿਆ ਤੁਹਾਨੂੰ ਸਿੱਧੂ ਮੂਸੇਵਾਲੇ ਦੇ ਨਾਲ, ਕੋਈ ਜਾਂ ਪਹਿਲਾਂ ਪੋਰਟਰੇਟ ਜਾਂ ਕੋਈ ਚੀਜ਼ ਹੋਰ ਗਿਫਟ ਕੀਤੀ ਹੋਵੇ ਤੁਸੀਂ? ਨਹੀਂ, ਮੈਨੂੰ ਕਦੀ ਅੱਜ ਤੱਕ ਮਿਲਣ ਦਾ ਮੌਕਾ ਨਹੀਂ ਮਿਲਿਆ ਔਰ ਮੈਂ ਅਗਰ ਇਨ ਫਿਊਚਰ ਕਦੀ ਮਿਲਦਾ ਤੇ ਹੋ ਸਕਦਾ ਸੀ ਮੈਂ ਕੁਝ ਵੱਖਰੇ ਢੰਗ ਦੇ ਨਾਲ ਕੋਈ ਫੋਟੋ ਉਹਨਾਂ ਦੀ ਬਣਾ ਕੇ ਉਹਨਾਂ ਨੂੰ ਜ਼ਰੂਰ ਗਿਫਟ ਕਰਦਾ। ਅੱਛਾ, ਮੈਂ ਤੁਹਾਡੀਆਂ ਤਸਵੀਰਾਂ ਦੇਖ ਰਿਹਾ ਸੀਗਾ, ਤੁਸੀਂ ਮਿਲਖਾ ਸਿੰਘ ਹੋਣਾ ਦਾ ਵੀ ਤਸਵੀਰ ਬਣਾਈ ਸੀਗੀ, ਬੜੀ ਸ਼ਾਨਦਾਰ, ਸਭ ਤੋਂ ਵੱਡੀ ਤਸਵੀਰ ਸ਼ਾਇਦ ਸੀਗੀ। ਤਾਂ ਸਪਾਈਡਰਮੈਨ ਦੀ ਵੀ ਤੁਸੀਂ ਦੱਸਿਆ ਹੋਣੇ ਕਿ ਇੱਕ ਮੱਕੜੀ ਦੇ ਜਾਲ ਦੇ ਨਾਲ ਉਹ ਤੁਸੀਂ ਤਸਵੀਰਾਂ ਬਣਾਈਆਂ। ਇਹ ਚੀਜ਼ਾਂ ਤੁਸੀਂ ਸਿੱਖੀਆਂ ਹੋਈਆਂ ਨੇ ਕਿਉਂਕਿ ਇਹ ਨਵੇਂ ਕਨਸੈਪਟ ਨੇ ਜਾਂ ਫਿਰ ਇਹ ਨਵੀਆਂ ਚੀਜ਼ਾਂ ਨੇ, ਦੀਵੇ ਦੀ ਲੋ ਹੋ ਜੇ ਜਾਂ ਮੱਕੜੀ ਦਾ ਜਾਲ ਹੋ ਜੇ, ਜਾਂ ਤੁਸੀਂ ਉਹ ਜਸਵਿੰਦਰ ਭੱਲਾ ਹੋਣਾ ਦੀ ਇੱਕ ਤਸਵੀਰ ਜਿਹੜੀ ਆ ਉਹ ਵੀ ਬੜੀ ਵੱਖਰੇ ਤਰੀਕੇ ਨਾਲ ਬਣਾਈ ਸੀਗੀ। ਇਹ ਚੀਜ਼ਾਂ ਸਿੱਖੀਆਂ ਨੇ ਕਿ ਜਾਂ ਤੁਸੀਂ ਐਕਸਪੈਰੀਮੈਂਟ ਕਰਦੇ ਹੋ? ਇਹ ਜਿੰਨੇ ਵੀ ਚੀਜ਼ਾਂ ਹੈਗੀਆਂ ਨਾ, ਇਹ ਸਾਰੀਆਂ ਐਕਸਪੈਰੀਮੈਂਟ ਬੇਸਿਸ ਤੇ ਹੁੰਦੀਆਂ। ਮੱਕੜੀ ਦੇ ਜਾਲੇ ਨਾਲ ਅੱਜ ਤੱਕ ਕਦੀ ਕੋਈ ਫੋਟੋ ਨਹੀਂ ਬਣੀ ਹੋਈ ਜੋ ਮੈਂ ਆਪਣੀ ਲਾਈਫ 'ਚ ਸੁਣੀ ਹੋਵੇ। ਤੇ ਔਰ ਜਿਹੜੀ ਤੁਸੀਂ ਕਹਦੇ ਜਸਵਿੰਦਰ ਭੱਲਾ ਨਹੀਂ, ਜਸਪਾਲ ਭੱਟੀ ਜੀ ਦੀ ਮੈਂ ਫੋਟੋ ਬਣਾਈ ਸੀਗੀ, ਉਹ ਸੀਗੀ ਸਮਾਈਲੀ ਸਟਿਕਰ ਦੇ ਨਾਲ। ਉਹ ਫੋਟੋ ਦਾ ਸਾਈਜ਼ ਸੀਗਾ 35 ਫੁੱਟ। ਉਹਨਾਂ ਨੇ ਪੂਰੀ ਲਾਈਫ ਸਾਨੂੰ ਖੁਸ਼ੀ ਦਿੱਤੀ ਹੈਗੀ ਹੈ, ਇਸ ਕਰਕੇ ਮੈਂ ਸਮਾਈਲੀ ਸਟਿਕਰ ਨੂੰ ਖੁਸ਼ੀ ਦਾ ਪ੍ਰਤੀਕ ਕੰਸੀਡਰ ਕਰਕੇ ਇੱਕ ਫੋਟੋ ਤਿਆਰ ਕੀਤੀ ਸੀ ਤੇ ਉਹਨਾਂ ਨੂੰ ਵਰਲਡ ਲਾਫਟਰ ਡੇ ਦੇ ਉੱਤੇ ਟ੍ਰਿਬਿਊਟ ਦਿੱਤੀ ਸੀਗੀ। ਮਿਲਖਾ ਸਿੰਘ ਜੀ ਦੀ ਮੇਰੀ ਜਿਹੜੀ ਫੋਟੋ ਮੈਂ ਪਿਛਲੇ ਸਾਲ ਬਣਾਈ ਸੀ, ਉਹ ਸਭ ਤੋਂ ਵੱਡੀ ਫੋਟੋ ਸੀਗੀ ਜੋ ਮੈਂ ਕੀਤੀ ਹੈਗੀ। 40 ਫੁੱਟ ਅਪਰੋਕਸੀਮੇਟਲੀ ਉਹਦਾ ਸਾਈਜ਼ ਸੀਗਾ ਔਰ ਉਹ ਫੋਟੋ ਮੈਂ ਬਣਾਈ ਸੀਗੀ ਝੂਨੇ ਦੇ ਨਾਲ, ਕਿਉਂਕਿ ਸਾਨੂੰ ਪਤਾ ਹੈਗਾ ਕਿ ਉਹ ਇੱਕ ਮਹਾਨ ਐਥਲੀਟ ਸੀਗੇ ਔਰ ਜਦੋਂ ਦੌੜਦੇ, ਜਿਹੜੇ ਟਰੈਕ ਤੇ ਦੌੜਦੇ ਸੀਗੇ, ਟਰੈਕ ਨੂੰ ਮਾਰਕ ਕਰਨ ਦੇ ਲਈ ਝੂਨੇ ਦੀ ਜ਼ਰੂਰਤ ਹੁੰਦੀ ਹੈ ਤੇ ਮੈਂ ਉਸੇ ਝੂਨੇ ਦੇ ਨਾਲ ਉਹਨਾਂ ਦਾ ਐਡਾ ਵੱਡਾ ਜਿਹੜਾ ਪੋਰਟਰੇਟ ਸੀਗਾ ਉਹ ਤਿਆਰ ਕੀਤਾ ਸੀਗਾ। ਅੱਛਾ, ਤੁਹਾਡੀ ਜਿਵੇਂ ਜੋ ਵੀ ਤੁਸੀਂ ਪੋਰਟਰੇਟ ਜਾਂ ਤਸਵੀਰ ਬਣਾਉਂਦੇ ਹੋ, ਫਿਰ ਉਹਦੇ 'ਚ ਮੈਨੂੰ ਲੱਗਦਾ ਕੋਈ ਨਾ ਕੋਈ ਕਨਸੈਪਟ ਹੁੰਦਾ। ਜਿਵੇਂ ਤੁਸੀਂ ਸਪਾਈਡਰਮੈਨ ਬਣਾਇਆ ਤੇ ਉਹਦੇ 'ਚ ਮੱਕੜੀ ਦਾ ਕਨਸੈਪਟ ਲਿਆ, ਤੇ ਜੇ ਤੁਸੀਂ ਮਿਲਖਾ ਸਿੰਘ ਦਾ ਤੇ ਉਹਦੇ ਵਿੱਚ ਝੂਨੇ ਦਾ। ਤਾਂ ਸਿੱਧੂ ਮੂਸੇਵਾਲੇ ਦਾ ਲੋ ਦੇ ਨਾਲ ਕੀ ਕਨਸੈਪਟ ਤੁਸੀਂ ਜਾਣਿਆ? ਦੇਖੋ ਜਿਹੜਾ ਇਹ ਕਨਸੈਪਟ ਸੀਗਾ, ਇੱਕ ਨਾ ਇਹਨਾਂ ਦੇ ਗਾਣੇ ਬੜੇ ਐਨਰਜੈਟਿਕ ਹੁੰਦੇ ਸੀਗੇ, ਠੀਕ ਹੈ, ਹੁੰਦੇ ਸੀਗੇ ਨਹੀਂ, ਹੁੰਦੇ ਹੈ ਔਰ ਹੁੰਦੇ, ਔਰ ਇਹ ਜਿਹੜੇ ਗੀਤ ਗਾਏ ਹਮੇਸ਼ਾ ਰਹੂਗੇ ਐਨਰਜੈਟਿਕ। ਔਰ ਇਹ ਮਤਲਬ ਇੱਕ ਨਾ ਅੰਦਰੋਂ ਐਨਰਜੀ ਮਿਲਦੀ ਸੀਗੀ ਇਹਨਾਂ ਦੇ ਗਾਣੇ ਸੁਣ ਕੇ। ਔਰ ਜਿਹੜਾ ਲਾਈਟ ਹੈਗੀ ਹੈ ਉਹ ਵੀ ਇੱਕ ਸੋਰਸ ਆਫ ਐਨਰਜੀ ਹੈਗੀ ਹੈ ਤੇ ਇਸ ਕਰਕੇ ਮੈਂ ਜਿਹੜੀ ਹੈਗੀ ਹੈ ਦੀਵਾ ਜਿਹੜਾ ਕਿ ਲਾਈਟ ਦਿੰਦਾ ਹੈਗਾ, ਉਹਦੇ ਨਾਲ ਇਹ ਜਿਹੜੀ ਫੋਟੋ ਹੈਗੀ ਆ ਉਹਨੂੰ ਤਿਆਰ ਕੀਤਾ। ਜੋ ਪੰਜਾਬ ਦੇ ਵਿੱਚ ਮਾਹੌਲ ਬਣਿਆ ਪਿਆ, ਕਦੀ ਇਹਦੇ ਤੇ ਨਹੀਂ ਸੋਚਿਆ ਵੀ ਇਹਦੇ ਤੇ ਵੀ ਕੋਈ ਨਾ ਕੋਈ ਤਸਵੀਰ ਜਾਂ ਕੋਈ ਇਹਦੇ ਤੇ ਵੀ ਕੋਈ ਕਨਸੈਪਟ ਰੱਖਿਆ ਜਾਵੇ, ਕਿਉਂਕਿ ਮਾਹੌਲ ਜਿਸ ਤਰੀਕੇ ਦਾ ਪੰਜਾਬ ਦਾ ਬਣਦਾ ਜਾ ਰਿਹਾ ਹੈ? ਜੀ ਬਿਲਕੁਲ, ਮੈਂ ਤੁਹਾਨੂੰ ਹੁਣੇ ਹੀ ਦੱਸਿਆ ਸੀਗਾ ਕਿ ਮੈਂ 23 ਸ਼ਹੀਦਾਂ ਦੇ ਪੋਰਟਰੇਟ ਤਿਆਰ ਕੀਤੇ ਹੈਗੇ ਆ ਤੇ ਇਹ ਮੈਂ ਯੂਥ ਵਾਸਤੇ ਹੀ ਬਣਾਉਂਦਾ ਹੈਗਾ ਕਿ ਜਿਹੜੇ ਸਾਡੇ ਯੂਥ ਹੈਗੇ ਆ ਉਹਨਾਂ ਨੂੰ ਸਾਡੇ ਸ਼ਹੀਦਾਂ ਦੇ ਬਾਰੇ ਨੌਲੇਜ ਮਿਲੇ ਔਰ ਉਹਨਾਂ ਦੇ ਵਿੱਚ ਦੇਸ਼ ਭਗਤੀ ਦਾ ਜਾਂ ਆਪਸੀ ਮਤਲਬ ਪਿਆਰ ਮੁਹੱਬਤ ਨਾਲ ਰਹਿਣ ਦਾ ਇੱਕ ਮੈਸੇਜ ਆਵੇ, ਠੀਕ ਹੈ। ਤੇ ਮੈਂ ਉਹਨਾਂ ਵਾਸਤੇ ਵੀ ਕਰਦਾ ਹੈਗਾ। ਮੈਂ ਕੁਝ ਕੰਮ ਇੱਦਾਂ ਦਾ ਵੀ ਕੀਤਾ ਹੈਗਾ, ਜਿੱਦਾਂ ਪਰਸੋਂ ਨੋ ਸਮੋਕਿੰਗ ਡੇ ਸੀਗਾ, ਮਤਲਬ ਤੰਬਾਕੂ ਨਾ ਯੂਜ਼ ਕਰੋ, ਠੀਕ ਹੈ। ਤੇ ਉਹ ਚੀਜ਼ਾਂ ਵਾਸਤੇ ਵੀ ਮੈਂ ਕੰਮ ਕਰਦਾ ਹੈਗਾ, ਠੀਕ। ਤੇ ਜਿੱਥੇ ਜਿੱਥੇ ਮੈਨੂੰ ਲੱਗਦਾ ਹੈਗਾ ਕਿ ਮੈਂ ਕੁਝ ਕਰ ਸਕਦਾ ਹੈਗਾ ਅਲੱਗ, ਬੀਇੰਗ ਐਨ ਆਰਟਿਸਟ, ਮੇਰੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈਗੀ ਹੈ ਕਿ ਜਿੱਥੇ ਤੱਕ ਮੈਂ ਕਰ ਸਕਦਾ ਹੈਗਾ ਮੈਂ ਜ਼ਰੂਰ ਕਰਾਂ। ਠੀਕ ਹੈ, ਧੰਨਵਾਦ ਗੱਲਬਾਤ ਕਰ ਲਈ। ਸੋ ਦੀਵੇ ਦੀ ਲੋ ਦੇ ਨਾਲ ਵਰੁਣ ਟੰਡਨ ਹੋਣਾ ਦੇ ਵੱਲੋਂ ਇਹ ਤਸਵੀਰ, ਇਹ ਪੋਰਟਰੇਟ ਬਣਾਇਆ ਗਿਆ ਇੱਕ ਆਪਣੇ ਤੌਰ ਦੇ ਉੱਪਰ, ਇੱਕ ਆਰਟਿਸਟ ਦੇ ਵੱਲੋਂ ਇੱਕ ਆਰਟਿਸਟ ਨੂੰ ਹੀ ਸ਼ਰਧਾਂਜਲੀ ਦਿੱਤੀ ਗਈ ਹੈ। ਤਾਂ ਸਿੱਧੂ ਮੂਸੇਵਾਲੇ ਦੇ ਜਾਣ ਦੇ ਨਾਲ ਹਰ ਇੱਕ ਘਰ ਦੇ ਵਿੱਚ ਗਮੀ ਤਾਂ ਜ਼ਰੂਰ ਹੋਈ ਹੈ, ਕਿਉਂਕਿ ਪੰਜਾਬ ਦਾ ਪੁੱਤਰ ਸੀ। ਤਾਂ ਇਸ ਕਰਕੇ ਜਿਹੜੇ ਲੋਕ ਨਹੀਂ ਵੀ ਜਾਣਦੇ ਜਾਂ ਜਿਹੜੇ ਨਹੀਂ ਵੀ ਲੋਕ ਮਿਲੇ, ਉਹਨਾਂ ਦੇ ਵੱਲੋਂ ਵੀ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਜਲੰਧਰ।